Good morning, students. Next topic is disease and its cause. What does disease look like? भी disease किस तरह दी है, किस तरह ਤੁਹਾਨੂੰ ਪਤਾ ਚੱਲਦਾ ਕਿ disease ਹੈ. Then let us know think a little more about diseases. In first place, how do we know that there is a disease? ਸਾਨੂੰ ਕਿਵੇਂ ਪਤਾ ਚੱਲੇਗਾ ਕਿ ਕੋਈ disease ਹੈ? In other words, how do we know that there is something wrong with the body? ਕਿਵੇਂ ਸਾਨੂੰ ਪਤਾ ਚੱਲੇਗਾ ਕਿ ਸਾਡੀ body ਨਾਲ ਕੁਝ ਗਲਤ ਹੈ, something is going wrong. There are many tissues in the body. We have seen in the chapter 6. Their tissues make up physiological system or organic system that carry out body functions. ਕਹਿੰਦੇ ਇਹੀ ਸਾਨੂੰ ਪਤਾ ਕਿ ਸਾਡੀ ਬੋਡੀ ਵਿੱਚ ਕਾਫੀ ਸਾਰੇ ਟਿਸ਼ੂਜ਼ ਹੁੰਦੇ ਆ, ਜਿਵੇਂ ਅਸੀਂ 6th ਚੈਪਟਰ 'ਚ ਪੜ੍ਹਿਆ. ਇਹ ਸਾਰੇ ਟਿਸ਼ੂ ਸਾਡੇ ਫਿਜ਼ੀਓਲੋਜੀਕਲ ਸਿਸਟਮ ਔਰ ਔਰਗਨ ਸਿਸਟਮ ਆ ਜਿਹੜਾ ਬੋਡੀ ਫੰਕਸ਼ਨ ਆ ਉਹ ਕੈਰੀ ਆਊਟ ਕਰਦੇ ਆ. ਈਚ ਆਫ ਦਾ ਔਰਗਨ ਸਿਸਟਮ ਹੈਜ਼ ਸਪੈਸੀਫਿਕ ਔਰਗਨ ਐਜ਼ ਇਟਸ ਪਾਰਟਸ. ਸਾਰੇ ਔਰਗੈਨਿਕ ਜਿਹੜੇ ਔਰਗਨ ਸਿਸਟਮਸ ਨੇ ਉਹਨਾਂ ਦੇ ਸਪੈਸੀਫਿਕ ਔਰਗਨਸ ਨੇ, ਜਿਵੇਂ ਜਿਵੇਂ ਉਹਨਾਂ ਦੇ ਪਾਰਟਸ ਨੇ ਐਂਡ ਇਟ ਇਜ਼ ਪਰਟੀਕੂਲਰ ਫੰਕਸ਼ਨ ਪਰਫਾਰਮ ਕਰਦੇ ਆ. So the digestive system has the stomach and intestines, and it helps to digest food taken in from the outside of the body. ਕਹਿੰਦੇ ਜਿਹੜਾ digestive system ਉਹਦੇ ਵਿੱਚ stomach and intestines ਹੁੰਦੇ ਆ ਜਿਹੜੇ ਕਿ body ਨੂੰ food digest ਕਰਨ 'ਚ help ਕਰਦੇ, ਜਿਹੜਾ ਅਸੀਂ outside the body ਲੈਂਦੇ ਆ. Musculoskeletal system which is made up of bones and muscles. The musculoskeletal system ਹੈ ਜਿਹੜਾ bones ਔਰ muscles ਤੋਂ ਬਣਿਆ, holds the body parts together and helps the body move. ਠੀਕ ਹੈ, ਇਹ ਬੋਨਸ ਅਤੇ ਮਸਲਸ ਤੋਂ ਬਣਿਆ ਹੋਇਆ ਜਿਹੜਾ ਕਿ ਬੋਡੀ ਪਾਰਟਸ ਨੂੰ ਇਕੱਠੇ ਕਰਕੇ ਰੱਖਦਾ ਐਂਡ ਬੋਡੀ ਨੂੰ ਮੂਵ ਕਰਨ 'ਚ ਹੈਲਪ ਕਰਦਾ. ਵੈਨ ਦੇਅਰ ਇਜ਼ ਡਿਜ਼ੀਜ਼ ਆਈਦਰ ਫੰਕਸ਼ਨਿੰਗ ਔਰ ਦਾ ਅਪੀਅਰੈਂਸ ਆਫ ਵਨ ਔਰ ਮੋਰ ਸਿਸਟਮ ਆਫ ਦਾ ਬੋਡੀ ਵਿਲ ਚੇਂਜ ਫॉर द ਕ੍ਰੋਸ. ਕਹਿੰਦੇ ਜਦੋਂ ਕੋਈ ਡਿਜ਼ੀਜ਼ ਹੁੰਦੀ ਹੈ ਤਾਂ ਫੰਕਸ਼ਨਿੰਗ ਆਫ ਦਾ ਜਿਹੜੀ ਬੋਡੀ ਜਾਂ ਅਪੀਅਰੈਂਸ ਦਾ ਸਿਸਟਮ ਆਫ ਬੋਡੀ ਵਿੱਚ ਉਹ ਚੇਂਜ ਹੋ ਜਾਂਦਾ ਬੁਰੀ ਤਰ੍ਹਾਂ. These changes give rise to symptoms and signs of the disease. ਜਿਹੜੇ ਚੇਂਜਸ ਨੇ ਇਹ symptoms and signs ਬਣ ਜਾਂਦੇ ਨੇ. ਠੀਕ ਆ, symptoms of the disease are the things we feel as being wrong. ਕਹਿੰਦੇ ਜਿਹੜੇ symptoms ਨੇ ਉਹੀ ਨੇ ਜਿਹੜੇ ਸਾਨੂੰ ਦੱਸਦੇ ਆ ਵੀ ਕੁਝ ਗਲਤ ਹੋ ਰਿਹਾ, ਜਿਹਦੇ ਨਾਲ ਅਸੀਂ ਫੀਲ ਕਰਦੇ ਹਾਂ ਵੀ something is wrong in the body. So we have a headache, we have a cough, we have loose motions, we have a bound with pulse. There are all symptoms. ਕਹਿੰਦੇ ਜਿਵੇਂ ਸਾਨੂੰ ਹੈਡੇਕ ਹੋ ਰਿਹਾ, ਕਫ ਹੈ, ਲੂਜ਼ ਮੋਸ਼ਨਸ ਨੇ, ਜਾਂ ਕੋਈ ਜ਼ਖਮ ਹੈ ਜਿਹਦੇ ਵਿੱਚ ਪਸ ਹੈ, ਤਾਂ ਇਹ ਸਾਰੇ ਸਿੰਪਟਮਸ ਨੇ. These indicates that there may be a disease. ਇਹ ਇੰਡੀਕੇਟ ਕਰਦੇ ਆ ਕਿ ਇੱਥੇ ਕੋਈ ਡਿਜ਼ੀਜ਼ ਹੋ ਸਕਦੀ ਹੈ, ਬਟ ਦੇ ਡੋਂਟ ਇੰਡੀਕੇਟ ਵਟ ਦਾ ਡਿਜ਼ੀਜ਼ ਇਜ਼. ਪਰ ਉਹ ਇਹ ਨਹੀਂ ਦੱਸਦੇ ਕਿ ਵਿਚ ਡਿਜ਼ੀਜ਼ ਇਜ਼ ਦੈਟ. ਠੀਕ ਹੈ, for example, headache may means just examination stress, or very rarely it may means meningitis or one of the dozen different diseases. ਕਹਿੰਦੇ headache ਹੋ ਸਕਦਾ ਐਗਜ਼ਾਮੀਨੇਸ਼ਨ ਦੀ ਟੈਨਸ਼ਨ ਨਾਲ ਹੋਵੇ, ਜਾਂ ਫਿਰ ਹੋਰ ਕਾਫੀ ਸਾਰੇ ਡਿਫਰੈਂਟ ਕਾਜ਼ ਹੋ ਸਕਦੇ ਆ ਵੀ ਡਿਫਰੈਂਟ ਡਿਜ਼ੀਜ਼ ਦਾ ਜਿਹੜਾ ਕਾਜ਼ ਆ that may be the headache. Signs of the disease are what physicians will look for on the basis of symptoms. ਸਾਇੰਸ ਉਹ ਹੁੰਦੇ ਆ ਜਿਹਦੇ ਨਾਲ ਜਿਹਦੇ ਬੇਸ 'ਤੇ ਸਾਨੂੰ ਫਿਜ਼ੀਸ਼ੀਅਨਸ ਕੋਈ ਵੀ ਮੈਡੀਸਨ ਦਿੰਦੇ ਆ ਸਿੰਪਟਮਸ ਨੂੰ ਦੇਖ ਕੇ. ਸਾਇੰਸ ਵਿਲ ਗਿਵ ਅ ਲਿਟਲ ਮੋਰ ਡੈਫੀਨਿਟ ਇੰਡੀਕੇਸ਼ਨ ਆਫ ਦਾ ਪ੍ਰੈਜੈਂਸ ਆਫ ਪਰਟੀਕੂਲਰ ਡਿਜ਼ੀਜ਼. ਜਿਹੜੇ ਸਾਇੰਸ ਨੇ ਉਹ ਫਰਦਰ ਇੱਕ ਸਾਨੂੰ ਹੋਰ ਇੰਡੀਕੇਸ਼ਨ ਦੇ ਦਿੰਦੇ ਆ, ਡੈਫੀਨਿਟ ਇੰਡੀਕੇਸ਼ਨ ਦੇ ਦਿੰਦੇ ਆ ਵੀ ਕਿਹੜੀ ਡਿਜ਼ੀਜ਼ ਪ੍ਰੈਜੈਂਟ ਹੈ. ਫਿਜ਼ੀਸ਼ੀਅਨਸ ਵਿਲ ਆਲਸੋ ਗੈਟ ਲੈਬੋਰਟਰੀ ਟੈਸਟ ਡਨ ਟੂ ਪ੍ਰਿੰਟ ਆਊਟ ਦਾ ਡਿਜ਼ੀਜ਼ ਫਰਦਰ. ਕਹਿੰਦੇ ਫਿਜ਼ੀਸ਼ੀਅਨਸ ਲੈਬੋਰਟਰੀ ਟੈਸਟ ਵੀ ਕਰਦੇ ਆ ਡਿਜ਼ੀਜ਼ ਨੂੰ ਪਿੰਟ ਕਰਨ ਵਾਸਤੇ. ਠੀਕ ਹੈ, then there are acute and chronic disease. The manifestations of the disease will be different depending on the number of factors. Manifestations different ਹੁੰਦੀਆਂ, number of factors ਤੇ depend ਕਰਦੀਆਂ. One of the most obvious factor that determine how we perceive the disease is its duration. ਕਿਵੇਂ ਅਸੀਂ ਡਿਜ਼ੀਜ਼ ਨੂੰ ਲੈਂਦੇ ਹਾਂ ਉਹ ਹੈਗਾ ਇਹਦਾ ਡਿਊਰੇਸ਼ਨ, ਮਤਲਬ ਕਿੰਨਾ ਟਾਈਮ ਤੱਕ ਡਿਜ਼ੀਜ਼ ਚੱਲਦੀ ਹੈ, ਸਮਾਂ ਕਿੰਨਾ ਲੈਂਦੀ ਹੈ. Some disease last for only very short period of time and these are called acute disease. ਜਿਹੜੀਆਂ disease very short time period ਵਾਸਤੇ ਹੁੰਦੀਆਂ they are called the acute diseases. We all know from experience that the common cold lasts only a few days. common cold ਆ ਜਿਹੜਾ ਕੁਝ ਕੁ ਦਿਨਾਂ ਤੱਕ ਰਹਿੰਦਾ. other elements can last for the long time. ਬਾਕੀ ਦੇ ਐਲੀਮੈਂਟਸ ਹੋ ਸਕਦੇ ਆ ਜ਼ਿਆਦਾ ਟਾਈਮ ਤੱਕ ਰਹਿਣ, even as much as a lifetime ਤੱਕ ਵੀ ਹੋ ਸਕਦੇ ਆ. and are those called chronic disease. ਇੱਦਾਂ ਦੀਆਂ ਬਿਮਾਰੀਆਂ ਨੂੰ chronic disease ਕਿਹਾ ਜਾਂਦਾ. an example is an infection causing elephantiasis which is most common in some part of India. ਠੀਕ, ਜਿਵੇਂ ਹੁਣ ਅੱਗੇ ਐਕਟੀਵਿਟੀ ਹੈ ਕਿ ਸਰਵੇ ਯੂਅਰ ਨੇਬਰਹੁੱਡ ਟੂ ਫਾਈਂਡ ਆਊਟ ਹਾਊ ਮੈਨੀ ਪੀਪਲ ਸਫਰਡ ਫਰੋਮ ਅਕਿਊਟ ਡਿਜ਼ੀਜ਼ ਡਿਊਰਿੰਗ ਦ ਲਾਸਟ 3 months. ਕਿੰਨੇ ਲੋਕ ਨੇ ਜਿਨ੍ਹਾਂ ਨੂੰ ਅਕਿਊਟ ਡਿਜ਼ੀਜ਼ ਹੋਈ ਹੈ ਲਾਸਟ 3 months ਦੇ ਵਿੱਚ. ਐਂਡ ਹਾਊ ਮੈਨੀ ਪੀਪਲ ਡਿਵੈਲਪ ਕ੍ਰੋਨਿਕ ਡਿਜ਼ੀਜ਼ ਡਿਊਰਿੰਗ ਦ ਸੇਮ ਪੀਰੀਅਡ. ਕ੍ਰੋਨਿਕ ਡਿਜ਼ੀਜ਼ ਕਿੰਨੇ ਪਰਸਨਸ ਨੂੰ ਹੋਈ ਹੈ ਸੇਮ ਪੀਰੀਅਡ ਦੇ ਵਿੱਚ. ਐਂਡ ਫਾਈਨਲੀ ਟੋਟਲ ਨੰਬਰ ਆਫ ਪੀਪਲ ਸਫਰਿੰਗ ਫਰੋਮ ਕ੍ਰੋਨਿਕ ਡਿਜ਼ੀਜ਼ ਇਨ ਦ ਨੇਬਰਹੁੱਡ.
ਤੁਹਾਡੇ ਆਲੇ ਦੁਆਲੇ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਕਰੋਨਿਕ ਡਿਜ਼ੀਜ਼ ਹੋਈ ਹੈ। ਐਂਡ ਕੀ ਆਂਸਰ ਟੂ ਕੁਐਸਚਨ ਨੰਬਰ 1 ਐਂਡ 2 ਆਰ ਡਿਫਰੈਂਟ ਆਰ ਦਾ ਆਂਸਰ ਟੂ ਕੁਐਸਚਨ ਨੰਬਰ 2 ਐਂਡ 3 ਆਰ ਡਿਫਰੈਂਟ। ਕੀ ਕੁਐਸਚਨ ਨੰਬਰ ਇਹਨਾਂ ਦੇ ਆਂਸਰ ਡਿਫਰੈਂਟ ਨੇ, ਬਟ ਯੂ ਥਿੰਕ ਕੁਡ ਬੀ ਦਾ ਰੀਜ਼ਨ ਫॉर these differences। ਅਗਰ ਡਿਫਰੈਂਸ ਹੈਗੇ ਆ then what is the reason for the difference, but do you think would be the effect of these differences on the general health of population। general health ਉੱਤੇ ਕੀ ਇਫੈਕਟ ਹੋਏਗਾ ਡਿਫਰੈਂਸ ਦਾ। Next is chronic disease and the poor health। Now as we can imagine acute and chronic disease have different effect on our health। ਹੁਣ ਸਾਨੂੰ ਪਤਾ ਹੀ ਹੈ ਕਿ acute ਤੇ chronic disease ਦਾ ਸਾਡੀ health ਦੇ ਉੱਤੇ different effect ਹੁੰਦੇ ਆ। Any disease that causes poor functioning of the some part of the body will affect our general health as well। ਕਿ ਕੋਈ ਵੀ disease ਜਿਹੜੇ ਸਾਡੀ poor functioning of body ਨੂੰ ਪ੍ਰੋਵਾਈਡ ਕਰਦੀ ਹੈ, ਮਤਲਬ ਉਹਨੂੰ ਪ੍ਰਮੋਟ ਕਰਦੀ ਹੈ ਸਾਡੀ ਪੂਅਰ ਹੈਲਥ ਨੂੰ, ਉਹ ਸਾਡੀ ਜਨਰਲ ਹੈਲਥ ਦੇ ਉੱਤੇ ਵੀ ਇਫੈਕਟ ਕਰੇਗੀ। ਦਿਸ ਇਜ਼ ਬਿਕੋਜ਼ ਆਲ ਦਾ ਫੰਕਸ਼ਨ ਆਫ ਦਾ ਬੋਡੀ ਆਰ ਨੈਸੈਸਰੀ ਫॉर ਜਨਰਲ ਹੈਲਥ। ਕਿਉਂਕਿ ਜਨਰਲ ਹੈਲਥ ਵਾਸਤੇ ਸਾਰੇ ਬੋਡੀ ਫੰਕਸ਼ਨ ਪ੍ਰੋਪਰਲੀ ਵਰਕ ਕਰਦੇ ਹੋਣੇ ਚਾਹੀਦੇ ਆ। ਬਟ ਐਨ ਅਕਿਊਟ ਡਿਜ਼ੀਜ਼ ਵਿਚ ਇਜ਼ ਓਵਰ ਵੈਰੀ ਸੂਨ, ਜਿਹੜੀ ਕਿ ਬਹੁਤ ਜਲਦੀ ਖਤਮ ਹੋ ਜਾਂਦੀ ਹੈ, ਵਿਲ ਨਾਟ ਹੈਵ ਟਾਈਮ ਟੂ ਕਾਜ਼ ਮੇਜਰ ਇਫੈਕਟ ਔਨ ਦ ਜਨਰਲ ਹੈਲਥ ਵਾਈਲ ਅ ਕਰੋਨਿਕ ਡਿਜ਼ੀਜ਼ ਵਿਲ ਡੂ ਸੋ। ਕਦੇ ਅਕਿਊਟ ਡਿਜ਼ੀਜ਼ ਜਲਦੀ ਖਤਮ ਹੋ ਜਾਂਦੀ ਹੈ, ਉਹਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਕੋਈ ਮੇਜਰ ਇਫੈਕਟ ਸਾਡੀ ਜਨਰਲ ਹੈਲਥ 'ਤੇ ਛੱਡੇ। ਤਾਂ ਬਟ ਕਰੋਨਿਕ ਡਿਜ਼ੀਜ਼ ਕੋਈ ਮੇਜਰ ਇਫੈਕਟ ਆ ਜਿਹੜਾ ਉਹ ਪੈਦਾ ਕਰਦੀ ਹੈ ਸਾਡੀ ਹੈਲਥ ਦੇ ਉੱਪਰ। ਐਜ਼ ਐਨ ਐਗਜ਼ਾਮਪਲ ਥਿੰਕ ਅਬਾਊਟ ਅ ਕਫ ਐਂਡ ਕੋਲਡ। ਕਫ ਅਤੇ ਕੋਲਡ ਬਾਰੇ ਸੋਚੋ, ਵਿਚ ਆਲ ਆਫ ਅਸ ਹੈਵ ਫਰੋਮ ਟਾਈਮ ਟੂ ਟਾਈਮ। ਸਾਨੂੰ ਸਾਰਿਆਂ ਨੂੰ ਕਦੇ ਨਾ ਕਦੇ ਕਫ ਐਂਡ ਕੋਲਡ ਹੁੰਦਾ ਹੈ, ਵੈਦਰ ਚੇਂਜ ਹੋਣ ਨਾਲ, ਕਿਸੇ ਇਨਫੈਕਸ਼ਨ ਦੇ ਨਾਲ, ਠੀਕ ਹੈ, ਧੂੜ ਮਿੱਟੀ ਦੇ ਨਾਲ, ਔਰ ਐਨੀ ਵਿੰਡ ਦੇ ਨਾਲ। ਮੋਸਟ ਆਫ ਅਸ ਗੈਟ ਬੈਟਰ ਐਂਡ ਬਿਕਮ ਵਿਲ ਵਿਦਿਨ ਵੀਕ ਔਰ ਸੋ। ਕਹਿੰਦੇ ਜ਼ਿਆਦਾਤਰ ਸਾਡੇ ਵਿੱਚੋਂ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਕਫ ਐਂਡ ਕੋਲਡ ਹੁੰਦਾ ਹੈ, ਉਹ ਬਹੁਤ ਜਲਦੀ 1 ਵੀਕ ਜਾਂ 10 ਦਿਨ ਦੇ ਵਿੱਚ ਠੀਕ ਹੋ ਜਾਂਦੇ ਆ। ਐਂਡ ਦੇਅਰ ਆਰ ਨੋ ਬੈਡ ਇਫੈਕਟ ਔਨ ਆਰ ਹੈਲਥ। ਸਾਡੀ ਹੈਲਥ ਦੇ ਉੱਤੇ ਉਹਦਾ ਕੋਈ ਬੁਰਾ ਇਫੈਕਟ ਨਹੀਂ ਪੈਂਦਾ। ਵੀ ਡੋਂਟ ਲੂਜ਼ ਵੇਟ, ਵੀ ਡੋਂਟ become short of breath, we don't feel tired at all the time because of the few days of cough and cold। ਥੋੜੇ ਦਿਨਾਂ ਦੀ ਕਫ ਐਂਡ ਕੋਲਡ ਹੋਣ ਕਰਕੇ ਸਾਡਾ weight loss ਨਹੀਂ ਹੁੰਦਾ, ਸਾਨੂੰ ਸਾਹ ਲੈਣ 'ਚ ਪ੍ਰੋਬਲਮ ਨਹੀਂ ਹੁੰਦੀ, ਅਸੀਂ ਸਾਰਾ ਟਾਈਮ ਟਾਇਰਡ ਫੀਲ ਨਹੀਂ ਕਰਦੇ, ਠੀਕ ਹੈ। ਬਟ ਇਫ ਵੀ ਗੈਟ ਇਨਫੈਕਟਡ ਵਿਦ ਦ ਕਰੋਨਿਕ ਡਿਜ਼ੀਜ਼ ਸੱਚ ਐਜ਼ ਟਿਊਬਰਕਲੋਸਿਸ ਆਫ ਲੰਗਸ ਦੈਨ ਵੀਕ ਐਲ ਓਵਰ ਦ ਈਅਰਸ ਡਜ਼ ਮੇਕ ਅਸ ਲੋਸ ਵੇਟ ਐਂਡ ਫੀਲ ਟਾਇਰਡ ਆਲ ਦਾ ਟਾਈਮ। ਪਰ ਜੇ ਕਹਿੰਦੇ ਇਹ ਜਿਹੜੀ ਸਾਨੂੰ ਕਰੋਨਿਕ ਡਿਜ਼ੀਜ਼ ਹੋ ਜਾਏ ਲਾਈਕ ਟਿਊਬਰਕਲੋਸਿਸ ਦਾ ਲੰਗਸ ਦਾ, ਤਾਂ ਅਸੀਂ ਹਰ ਟਾਈਮ ਮਤਲਬ ਇਹ ਬਿਮਾਰੀ ਹੈ ਜਿਹੜੀ ਸਾਲਾਂ ਤੱਕ ਚੱਲਦੀ ਹੈ, ਔਰ ਸਾਡਾ ਜਿਹੜਾ ਵੇਟ ਆ ਉਹ ਲੋਸ ਹੁੰਦਾ ਰਹਿੰਦਾ, ਐਂਡ ਅਸੀਂ ਹਰ ਟਾਈਮ ਥੱਕੇ ਫੀਲ ਕਰਦੇ ਹਾਂ, ਥਕਾਨ ਫੀਲ ਕਰਦੇ ਆ। ਵੀ ਮੇ ਨਾਟ ਗੋ ਟੂ ਸਕੂਲ ਫॉर ਅ ਫਿਊ ਡੇਜ਼ ਇਫ ਵੀ ਹੈਵ ਐਨ ਅਕਿਊਟ ਡਿਜ਼ੀਜ਼। ਅਸੀਂ ਥੋੜ੍ਹੇ ਦਿਨ ਸਕੂਲ ਨਹੀਂ ਜਾਵਾਂਗੇ ਅਗਰ ਸਾਨੂੰ ਅਕਿਊਟ ਡਿਜ਼ੀਜ਼ ਹੋਵੇਗੀ। ਬਟ ਅ ਕਰੋਨਿਕ ਡਿਜ਼ੀਜ਼ ਵਿਲ ਮੇਕ ਇਟ ਡਿਫਿਕਲਟ ਫॉर ਅਸ ਟੂ ਫੋਲੋ what is being taught in the school and reduce our ability to ਲਰਨ। ਕਹਿੰਦੇ ਜੇ ਅਸੀਂ ਕਹਿ ਦਈਏ ਵੀ ਸਾਨੂੰ ਅਕਿਊਟ ਡਿਜ਼ੀਜ਼, ਅਸੀਂ ਥੋੜ੍ਹੇ ਦਿਨ ਸਕੂਲ ਨਹੀਂ ਜਾਵਾਂਗੇ, ਉਸ ਤੋਂ ਬਾਅਦ ਅਸੀਂ ਆਪਣਾ ਸਾਰਾ ਜਿਹੜਾ ਪੈਂਡਿੰਗ ਵਰਕ ਹੈ ਦੈਟ ਵੀ ਵਿਲ ਰਿਕਵਰ। ਬਟ ਇਫ ਵੀ ਆਰ ਸਫਰਿੰਗ ਫਰੋਮ ਦਾ ਕਰੋਨਿਕ ਡਿਜ਼ੀਜ਼ ਇਟ ਵਿਲ ਮੇਕ ਅਸ ਡਿਫਿਕਲਟ ਟੂ ਫੋਲੋ ਬਟ ਇਜ਼ ਟੌਟ ਇਨ ਦਾ ਸਕੂਲ ਐਂਡ ਰਿਡਿਊਸ ਸਾਡੀ ਅਬਿਲਿਟੀ ਨੂੰ ਘਟਾ ਦੇਗਾ, ਜਿਹੜੀ ਲਰਨ ਕਰਨ ਦੀ ਅਬਿਲਿਟੀ ਹੈ। ਇਨ ਅਦਰ ਵਰਡਸ ਵੀ ਆਰ ਲਾਈਕਲੀ ਟੂ ਹੈਵ ਪ੍ਰੋਲੋਂਗਡ ਜਨਰਲ ਪੂਅਰ ਹੈਲਥ ਇਫ ਵੀ ਹੈਵ ਅ ਕਰੋਨਿਕ ਡਿਜ਼ੀਜ਼। ਵੀ ਲੰਬੇ ਸਮੇਂ ਤੱਕ ਸਾਡੀ ਜਿਹੜੀ ਜਨਰਲ ਹੈਲਥ ਆ ਪੂਅਰ ਹੋ ਜਾਂਦੀ ਹੈ ਅਗਰ ਸਾਨੂੰ ਕਰੋਨਿਕ ਡਿਜ਼ੀਜ਼ ਹੈ। Chronic disease therefore have very drastic long term effect on people's health as compared to acute diseases। ਤਾਂ ਜਿਹੜੀ ਕਰੋਨਿਕ ਡਿਜ਼ੀਜ਼ ਹੈ ਉਹਦਾ ਜ਼ਿਆਦਾ ਲੌਂਗ ਟਰਮ ਇਫੈਕਟ ਹੁੰਦਾ ਕਿਸੇ ਵੀ ਪਰਸਨ ਦੀ ਹੈਲਥ ਦੇ ਉੱਪਰ ਐਜ਼ ਕੰਪੇਅਰ ਟੂ ਅਕਿਊਟ ਡਿਜ਼ੀਜ਼। ਕਲੀਅਰ। ਨੈਕਸਟ ਇਜ਼ ਕਾਜ਼ਜ਼ ਆਫ ਡਿਜ਼ੀਜ਼। ਵਟ ਕਾਜ਼ਜ਼ ਦਾ ਡਿਜ਼ੀਜ਼? ਕਾਜ਼ਜ਼ ਕਾਹਦੇ ਕਾਰਨ ਕਰਕੇ ਸਾਨੂੰ ਡਿਜ਼ੀਜ਼ ਹੁੰਦੀ ਹੈ? ਵੈਨ ਵੀ ਥਿੰਕ ਅਬਾਊਟ ਕਾਜ਼ਜ਼ ਆਫ ਡਿਜ਼ੀਜ਼ ਵੀ ਮਸਟ ਰਿਮੈਂਬਰ ਦੈਟ ਦੇਅਰ ਆਰ ਮੈਨੀ ਲੈਵਲਸ ਆਫ ਸੱਚ ਕਾਜ਼ਜ਼। ਬਹੁਤ ਸਾਰੇ ਕਾਜ਼ਜ਼ ਹੋ ਸਕਦੇ ਆ। ਲੈਟ ਅਸ ਲੁੱਕ ਐਟ ਐਨ ਐਗਜ਼ਾਮਪਲ। ਇਫ ਦੇਅਰ ਇਜ਼ ਅ ਬੇਬੀ ਸਫਰਿੰਗ ਫਰੋਮ ਦ ਲੂਜ਼ ਮੋਸ਼ਨ, ਵੀ ਕੋਈ ਬੇਬੀ ਹੈ ਜਿਹਨੂੰ ਲੂਜ਼ ਮੋਸ਼ਨ ਹੋਏ ਆ, we can say that the cause of loose motion is an infection with the virus। ਠੀਕ ਹੈ, ਅਸੀਂ ਪਹਿਲਾਂ ਕਾਜ਼ ਕਹਿ ਸਕਦੇ ਹਾਂ ਵੀ ਇਨਫੈਕਸ਼ਨ ਹੋ ਗਈ ਹੈ ਵਾਇਰਸ ਦੇ ਨਾਲ। ਠੀਕ ਹੈ, ਸੋ ਦਾ ਇਮੀਡੀਏਟ ਕਾਜ਼ ਆਫ ਦਾ ਡਿਜ਼ੀਜ਼ ਇਜ਼ ਅ ਵਾਇਰਸ। ਇਮੀਡੀਏਟ ਕਾਜ਼ ਹੋ ਗਿਆ ਵਾਇਰਸ ਇਨਫੈਕਸ਼ਨ।
बट नैक्सट क्वेश्चन इज वेयर डिड द वायरस कम फ्रॉम, कि ਜਿਹੜਾ ਵਾਇਰਸ ਆ ਉਹ ਕਿੱਥੋਂ ਆਇਆ। ਸਪੋਜ਼ ਵੀ ਫਾਈਂਡ ਦੈਟ ਦ ਵਾਇਰਸ ਕਮ ਥਰੂ ਅਨਕਲੀਨ ਡਰਿੰਕਿੰਗ ਵਾਟਰ, ਮੰਨ ਲਿਆ ਕਿ ਅਸੀਂ ਜਿਹੜਾ ਫਾਈਂਡ ਆਊਟ ਕਰ ਲਿਆ ਕਿ ਜਿਹੜਾ ਵਾਇਰਸ ਸੀਗਾ ਉਹ ਅਨਕਲੀਨ ਡਰਿੰਕਿੰਗ ਵਾਟਰ ਦੇ ਥਰੂ ਆਇਆ। ਬਟ ਮੈਨੀ ਬੇਬੀਜ਼ ਮਸਟ ਹੈਵ ਹੈਡ ਦਿਸ ਅਨਕਲੀਨ ਡਰਿੰਕਿੰਗ ਵਾਟਰ, ਪਰ ਬਹੁਤ ਸਾਰੇ ਬੱਚਿਆਂ ਨੇ ਉਹੀ ਅਨਕਲੀਨ ਡਰਿੰਕਿੰਗ ਵਾਟਰ ਲਿਆ ਹੋਣਾ। ਸੋ ਵਾਈ ਇਟ ਇਜ਼ ਦੈਟ ਵਨ ਬੇਬੀ ਡਿਵੈਲਪ ਲੂਜ਼ ਮੋਸ਼ਨ ਵੈਨ ਦ ਅਦਰ ਬੇਬੀ ਡਿਡ ਨੋਟ, ਸੋ ਉਹੀ ਇੱਕ ਬੇਬੀ ਨੂੰ ਲੂਜ਼ ਮੋਸ਼ਨਸ ਕਿਉਂ ਹੋਏ, ਬਾਕੀਆਂ ਨੂੰ ਨਹੀਂ ਹੋਏ। ਠੀਕ ਹੈ, ਵਨ ਰੀਜ਼ਨ ਮਾਈਟ ਬੀ ਦੈਟ ਦਿਸ ਬੇਬੀ ਇਜ਼ ਨੋਟ ਹੈਲਦੀ, ਇੱਕ ਰੀਜ਼ਨ ਹੋ ਸਕਦਾ ਕਿ ਇਹ ਜਿਹੜਾ ਬੇਬੀ ਆ ਉਹ ਹੈਲਦੀ ਨਹੀਂ ਹੈ। ਐਜ਼ ਅ ਰਿਜ਼ਲਟ ਇਟ ਮਾਈਟ ਬੀ ਮੋਰ ਲਾਈਕਲੀ ਟੂ ਹੈਵ ਡਿਜ਼ੀਜ਼ ਵੈਨ ਐਕਸਪੋਜ਼ ਟੂ ਰਿਸਕ ਵੇਅਰ ਐਜ਼ ਹੈਲਦੀਅਰ ਬੇਬੀਜ਼ ਵੁੱਡ ਨੋਟ। ਇਹਦਾ ਮਤਲਬ ਇੱਕ ਰੀਜ਼ਨ ਹੈ ਵੀ ਜਿਹੜੀ ਡਿਜ਼ੀਜ਼ ਹੈ ਉਹ ਜ਼ਿਆਦਾ ਐਕਸਪੋਜ਼ ਹੋ ਜਾਂਦੀ ਹੈ ਜਦੋਂ ਹੈਲਦੀਅਰ ਬੇਬੀ ਨੂੰ ਨਹੀਂ ਹੁੰਦੀ। ਵਾਈ ਇਜ਼ ਦਾ ਬੇਬੀ ਨੋਟ ਹੈਲਦੀ, ਬੇਬੀ ਹੈਲਦੀ ਕਿਉਂ ਨਹੀਂ ਸੀਗਾ। perhaps because it is not well nourished and does not get enough food, ਕਿ ਸ਼ਾਇਦ ਹੋ ਸਕਦਾ ਕਿਉਂਕਿ ਉਹਨੂੰ ਪ੍ਰੋਪਰਲੀ ਨਰਿਸ਼ਮੈਂਟ ਨਹੀਂ ਮਿਲੀ ਐਂਡ ਪ੍ਰੋਪਰ ਉਹਨੇ ਫੂਡ ਅਕਵਾਇਰ ਨਹੀਂ ਕੀਤਾ। ਸੋ ਲੈਕ ਆਫ ਗੁੱਡ ਨਰਿਸ਼ਮੈਂਟ ਬਿਕਮ ਸੈਕਿੰਡ ਲੈਵਲ ਕਾਜ਼ ਆਫ ਦ ਡਿਜ਼ੀਜ਼, ਜਿਹੜੀ ਲੈਕ ਆਫ ਗੁੱਡ ਨਰਿਸ਼ਮੈਂਟ ਹੈ, ਗੁੱਡ ਫੂਡ ਹੈ, that is the second level cause of the disease baby suffering from the further by is the baby not well nourished, ਵੀ ਸੈਕਿੰਡ ਅਗਲਾ ਕਾਜ਼ ਆ ਗਿਆ ਕਿ ਬੇਬੀ ਹੈ ਜਿਹੜਾ ਉਹ ਵੈਲ ਨਰਿਸ਼ਡ ਕਿਉਂ ਨਹੀਂ ਹੈਗਾ। ਠੀਕ ਹੈ, ਪਰਹੈਪਸ ਬਿਕੋਜ਼ ਇਟ ਇਜ਼ ਫਰੋਮ ਦਾ ਹਾਊਸ ਹੋਲਡ ਵਿਚ ਇਜ਼ ਪੂਅਰ, ਹੋ ਸਕਦਾ ਕਿ ਸ਼ਾਇਦ ਉਹ ਇੱਦਾਂ ਦੀ ਫੈਮਿਲੀ ਨੂੰ ਬਿਲੋਂਗ ਕਰਦਾ ਜਿਹੜੀ ਕਿ ਪੂਅਰ ਹੈ। ਇਟ ਇਜ਼ ਆਲਸੋ ਪੋਸੀਬਲ ਦੈਟ ਦ ਬੇਬੀ ਹੈਜ਼ ਸਮ ਜੈਨੇਟਿਕ ਡਿਫਰੈਂਸ ਦੈਟ ਮੇਕ ਇਟ ਮੋਰ ਲਾਈਕਲੀ ਟੂ ਸਫਰ ਫਰੋਮ ਲੂਜ਼ ਮੋਸ਼ਨਸ ਵੈਨ ਐਕਸਪੋਜ਼ ਟੂ ਸੱਚ ਆ ਵਾਇਰਸ, ਕਹਿੰਦੇ ਹੋ ਸਕਦਾ ਕਿ ਬੇਬੀ ਦੇ ਕੋਈ ਜੈਨੇਟਿਕ ਡਿਫਰੈਂਸਿਸ ਹੋਣ, ਜੈਨੇਟਿਕ ਪ੍ਰੋਬਲਮ ਹੋਵੇ ਜਿਹਦੇ ਕਰਕੇ ਉਹਨੂੰ ਲੂਜ਼ ਮੋਸ਼ਨ ਹੋਵੇ ਜਦੋਂ ਕਿਸੇ ਵੀ ਵਾਇਰਸ ਇੱਦਾਂ ਦੇ ਵਾਇਰਸ ਨੂੰ ਉਹ ਕਾਊਟ ਕਰਦਾ। ਦੈਨ ਵਿਦਾਊਟ ਆ ਵਾਇਰਸ ਜੈਨੇਟਿਕ ਡਿਫਰੈਂਸ ਔਰ ਪੂਅਰ ਨਰਿਸ਼ਮੈਂਟ ਵੁੱਡ ਨਾਟ ਬੀ ਲੀਡ ਟੂ ਲੂਜ਼ ਮੋਸ਼ਨ, ਕਿ ਜੈਨੇਟਿਕ ਡਿਫੈਕਟ ਤੋਂ ਬਿਨਾਂ ਔਰ ਪੂਅਰ ਨਰਿਸ਼ਮੈਂਟ ਤੋਂ ਬਿਨਾਂ ਬੇਬੀ ਨੂੰ ਲੂਜ਼ ਮੋਸ਼ਨ ਨਹੀਂ ਲੱਗ ਸਕਦੇ। ਬਟ ਦੇ ਡੂ ਬਿਕਮ ਕੰਟਰੀਬਿਊਟਰੀ ਕਾਜ਼, ਤਾਂ ਇਹ ਸਾਰੇ ਕਾਜ਼ ਕੀ ਬਣ ਗਏ, ਕੰਟਰੀਬਿਊਟਰੀ। ਨਾਓ ਨੈਕਸਟ ਇਜ਼ ਵਾਈ ਵਾਜ਼ ਦੇਅਰ ਇਜ਼ ਨੋ ਕਲੀਨ ਡਰਿੰਕਿੰਗ ਵਾਟਰ ਫॉर ਦ ਬੇਬੀ, ਵੀ ਬੇਬੀ ਵਾਸਤੇ ਕਲੀਨ ਵਾਟਰ, ਕਲੀਨ ਡਰਿੰਕਿੰਗ ਵਾਟਰ ਕਿਉਂ ਨਹੀਂ ਸੀਗਾ। ਪਰਹੈਪਸ ਬਿਕੋਜ਼ ਦਾ ਪਬਲਿਕ ਸਰਵਿਸ ਆਰ ਪੂਅਰ ਵੇਅਰ ਦਾ ਬੇਬੀ ਫੈਮਿਲੀ ਲਿਵਸ, ਹੋ ਸਕਦਾ ਜਿਹੜੀ ਪਬਲਿਕ ਸਰਵਿਸ ਆ ਉਹ ਵਧੀਆ ਨਾ ਹੋਵੇ ਜਿੱਥੇ ਬੇਬੀ ਦੀ ਫੈਮਿਲੀ ਰਹਿੰਦੀ ਆ। ਠੀਕ ਹੈ, ਸੋ ਪੋਵਰਟੀ ਔਰ ਲੈਕ ਆਫ ਪਬਲਿਕ ਸਰਵਿਸ ਬਿਕਮ ਥਰਡ ਲੈਵਲ ਕਾਜ਼ ਆਫ ਦਾ ਬੇਬੀਜ਼ ਡਿਜ਼ੀਜ਼, ਸੋ ਜਿਹੜੀ ਪੋਵਰਟੀ ਹੈ ਐਂਡ ਲੈਕ ਆਫ ਪਬਲਿਕ ਸਰਵਿਸ ਹੈ ਇਹ ਥਰਡ ਲੈਵਲ ਕਾਜ਼ ਬਣ ਗਈ ਬੇਬੀ ਦੀ ਡਿਜ਼ੀਜ਼ ਦਾ। ਸੋ ਇਟ ਵਿਲ ਨਾਓ ਬੀ ਓਬਵੀਅਸ ਦੈਟ ਆਲ ਦਾ ਡਿਜ਼ੀਜ਼ ਹੈਵ ਇਮੀਡੀਏਟ ਕਾਜ਼ ਐਂਡ ਕੰਟਰੀਬਿਊਟਰੀ ਕਾਜ਼, ਤਾਂ ਮੇਨ ਸਾਡੇ ਕੋਲੇ ਦੋ ਕਾਜ਼ ਹੋਣਗੇ ਹਰ ਇੱਕ ਡਿਜ਼ੀਜ਼ ਵਾਸਤੇ, ਇਮੀਡੀਏਟਰੀ ਕਾਜ਼ ਐਂਡ ਕੰਟਰੀਬਿਊਟਰੀ ਕਾਜ਼। ਆਲਸੋ ਮੋਸਟ ਆਫ ਦਾ ਡਿਜ਼ੀਜ਼ ਵਿਲ ਹੈਵ ਮੈਨੀ ਕਾਜ਼ਜ਼ ਰੈਦਰ ਦੈਨ ਦ ਵਨ ਸਿੰਗਲ ਕਾਜ਼, ਕਾਫੀ ਸਾਰੀ ਬਿਮਾਰੀਆਂ ਦੇ ਡਿਫਰੈਂਟ ਨੰਬਰ ਆਫ ਕਾਜ਼ਜ਼ ਹੋ ਸਕਦੇ ਆ ਰੈਦਰ ਦੈਨ ਦ ਸਿੰਗਲ ਕਾਜ਼। ਕਲੀਅਰ। Next is infectious and non-infectious causes. As we have seen, it is important to keep public health and community health factor in mind when we think about the cause of disease. We can take the approach a little further. It is useful to think of the immediate cause of the disease as belonging to two distinct type. ਠੀਕ ਹੈ, ਕਹਿੰਦੇ ਸਾਨੂੰ ਪਤਾ ਕਿ ਪਬਲਿਕ ਹੈਲਥ ਤੇ ਕਮਿਊਨਿਟੀ ਹੈਲਥ ਨੂੰ ਫੈਕਟਰ ਮਾਈਂਡ ਵਿੱਚ ਰੱਖਣੇ ਪੈਂਦੇ ਜਦੋਂ ਅਸੀਂ ਡਿਜ਼ੀਜ਼ ਦੇ ਕਾਜ਼ ਦੀ ਗੱਲ ਕਰਦੇ ਹਾਂ। ਠੀਕ ਹੈ, ਫਰਦਰ ਜੇ ਅਸੀਂ ਦੇਖੀਏ ਵੀ ਜਿਹੜੇ ਇਮੀਡੀਏਟ ਕਾਜ਼ ਨੇ ਕਿਸੇ ਵੀ ਡਿਜ਼ੀਜ਼ ਨੂੰ ਬਿਲੋਂਗ ਕਰਦੇ ਨੇ ਉਹ ਟੂ ਡਿਸਟਿੰਕਟ ਟਾਈਪ ਦੇ ਹੋ ਸਕਦੇ ਆ। ਵਨ ਗਰੁੱਪ ਆਫ ਕਾਜ਼ ਇਜ਼ ਦ ਇਨਫੈਕਸ਼ੀਅਸ ਏਜੰਟਸ, ਮੋਸਟਲੀ ਮਾਈਕਰੋਬਸ ਐਂਡ ਮਾਈਕਰੋ ਆਰਗੈਨਿਜ਼ਮ। ਠੀਕ ਹੈ, ਵਨ ਗਰੁੱਪ ਹੈ ਜਿਹਦੇ ਵਿੱਚ ਇਨਫੈਕਸ਼ੀਅਸ ਏਜੰਟਸ ਹੋਣਗੇ ਜਿਵੇਂ ਕਿ ਮਾਈਕਰੋਬਸ ਹੋਣਗੇ ਜਾਂ ਫਿਰ ਮਾਈਕਰੋ ਆਰਗੈਨਿਜ਼ਮ ਹੋਣਗੇ। ਡਿਜ਼ੀਜ਼ ਵੇਅਰ ਮਾਈਕਰੋਬਸ ਆਰ ਇਮੀਡੀਏਟ ਕਾਜ਼ ਆਰ ਕਾਲਡ ਇਨਫੈਕਸ਼ੀਅਸ ਡਿਜ਼ੀਜ਼, ਜਿਹੜੀਆਂ ਡਿਜ਼ੀਜ਼ ਦੇ ਵਿੱਚ ਮਾਈਕਰੋਬਸ ਇਮੀਡੀਏਟ ਕਾਜ਼ ਨੇ, ਠੀਕ ਹੈ, ਦੇ ਆਰ ਕਾਲਡ ਇਨਫੈਕਸ਼ੀਅਸ ਡਿਜ਼ੀਜ਼। ਦਿਸ ਇਜ਼ ਬਿਕੋਜ਼ ਦਾ ਮਾਈਕਰੋਬਸ ਕੈਨ ਸਪਰੈਡ ਇਨ ਦਾ ਕਮਿਊਨਿਟੀ ਐਂਡ ਡਿਜ਼ੀਜ਼ ਦੇ ਕਾਜ਼ ਵਿਲ ਸਪਰੈਡ ਵਿਦ ਦੈਮ। ਠੀਕ ਹੈ, ਕਿਉਂਕਿ ਮਾਈਕਰੋਬਸ ਨੇ ਜਿਹੜੇ ਉਹ ਕਮਿਊਨਿਟੀ ਵਿੱਚ ਫੈਲ ਜਾਂਦੇ ਨੇ, ਡਿਜ਼ੀਜ਼ ਨੂੰ ਸਪਰੈਡ ਆਊਟ ਕਰਦੇ ਆ। On the other hand, there are also disease that are not caused by infectious agent, ਬਾਕੀ ਡਿਜ਼ੀਜ਼ ਵੀ ਹੈਗੀਆਂ ਨੇ ਜਿਹੜੀਆਂ ਇਨਫੈਕਸ਼ੀਅਸ ਏਜੰਟਸ ਨਾਲ ਨਹੀਂ ਸਪਰੈਡ ਆਊਟ ਹੁੰਦੀਆਂ। ਦੇਅਰ ਕਾਜ਼ਸ ਮੇ ਵੇਰੀ, ਉਹਨਾਂ ਦੇ ਕਾਜ਼ ਡਿਫਰੈਂਟ ਹੋ ਸਕਦੇ ਆ, ਬਟ ਦੇ ਆਰ ਨਾਟ ਐਕਸਟਰਨਲ ਕਾਜ਼ਸ ਲਾਈਕ ਮਾਈਕਰੋਬਸ, ਦੇ ਕੈਨ ਸਪਰੈਡ ਇਨ ਦਾ ਕਮਿਊਨਿਟੀ। ਇਨਸਟੈਡ ਦੀਜ਼ ਆਰ ਮੋਸਟਲੀ ਇੰਟਰਨਲ ਨੋਨ ਇਨਫੈਕਸ਼ੀਅਸ ਕਾਜ਼ਸ, ਤਾਂ ਉਹ ਐਕਸਟਰਨਲ ਕਾਜ਼ਸ ਨਹੀਂ ਹੋਣਗੇ ਜਿਵੇਂ ਮਾਈਕਰੋਬਸ ਹੁੰਦੇ ਆ ਜਿਹੜੇ ਕਿ ਕਮਿਊਨਿਟੀ ਵਿੱਚ ਸਪਰੈਡ ਹੁੰਦੇ ਆ, ਬਟ ਉਹ ਮੋਸਟਲੀ ਇੰਟਰਨਲ ਕਾਜ਼ਸ ਹੋਣਗੇ ਜਿਹੜੇ ਕਿ ਨੋਨ ਇਨਫੈਕਸ਼ੀਅਸ ਏਜੰਟ ਆ। ਫੋਰ ਐਗਜ਼ਾਮਪਲ
Some cancers are caused by genetic abnormalities. High blood pressure can be caused by excessive weight and lack of exercise. ਕਹਿੰਦੇ ਜਿਵੇਂ ਫੋਰ ਐਗਜ਼ਾਮਪਲ ਕੁਝ ਕੈਂਸਰਸ ਨੇ ਜਿਹੜੇ ਕਿ ਜੈਨੇਟਿਕ ਅਬਨੋਰਮੈਲਿਟੀ ਦੇ ਕਰਕੇ ਫੈਲਦੇ ਆ, ਹਾਈ ਬਲੱਡ ਪ੍ਰੈਸ਼ਰ ਹੈ ਉਹ ਜ਼ਿਆਦਾ ਵੇਟ ਕਰਕੇ ਔਰ ਲੈਕ ਆਫ ਐਕਸਰਸਾਈਜ਼ ਕਰਕੇ ਫੈਲਦਾ। ਯੂ ਕੈਨ ਥਿੰਕ ਆਫ ਮੈਨੀ ਅਦਰ ਡਿਜ਼ੀਜ਼ ਵੇਅਰ ਦਾ ਇਮੀਡੀਏਟ ਕਾਜ਼ ਵਿਲ ਨਾਟ ਬੀ ਇਨਫੈਕਸ਼ੀਅਸ। ਤੁਹਾਨੂੰ ਹੋਰ ਵੀ ਕਾਫੀ ਸਾਰੀ ਬਿਮਾਰੀਆਂ ਸੋਚ ਲੈ ਮਿਲ ਜਾਣਗੀਆਂ ਜਿਨ੍ਹਾਂ ਦੇ ਇਮੀਡੀਏਟ ਕਾਜ਼ ਆ ਜਿਹੜੇ ਇਨਫੈਕਸ਼ੀਅਸ ਨਹੀਂ ਹੋਣਗੇ। ਠੀਕ ਹੈ, ਨੈਕਸਟ ਇਜ਼ the ways in which disease spread and the ways in which they can treat and prevent it at community level would be different for different diseases। ਵੀ ਉਹ ਵਾਲੇ ਜਿਹੜੇ ਵੇਜ਼ ਨੇ ਜਿਹਦੇ ਨਾਲ ਕੋਈ ਵੀ ਡਿਜ਼ੀਜ਼ ਸਪਰੈਡ ਹੁੰਦੀ ਹੈ ਐਂਡ ਉਹ ਵਾਲੇ ਵੇਜ਼ ਜਿਹਦੇ ਨਾਲ ਅਸੀਂ ਉਹਨੂੰ ਟਰੀਟ ਕਰ ਸਕਦੇ ਹਾਂ, ਪ੍ਰੀਵੈਂਟ ਕਰ ਸਕਦੇ ਹਾਂ ਕਮਿਊਨਿਟੀ ਲੈਵਲ 'ਤੇ, ਉਹ ਡਿਫਰੈਂਟ ਹੋਣਗੇ ਡਿਫਰੈਂਟ ਡਿਜ਼ੀਜ਼ ਵਾਸਤੇ। ਦਿਸ ਵੁੱਡ ਡਿਪੈਂਡ ਅ ਲੋਟ ਔਨ ਵੈਦਰ ਦਾ ਇਮੀਡੀਏਟ ਕਾਜ਼ ਔਨ ਇਨਫੈਕਸ਼ੀਅਸ ਔਰ ਨੋਨ ਇਨਫੈਕਸ਼ੀਅਸ। ਇਹ ਡਿਪੈਂਡ ਕਰਦਾ ਕਿ ਇਮੀਡੀਏਟ ਕਾਜ਼ ਨੇ ਜਿਹੜੇ ਇਨਫੈਕਸ਼ੀਅਸ ਹੋਣਗੇ ਔਰ ਨੋਨ ਇਨਫੈਕਸ਼ੀਅਸ। Next is infectious diseases, infectious agents. We have seen that the entire diversity seen in the living world can be classified into a few groups। ਜਿਹੜੀ ਸਾਡੀ entire diversity ਹੈ living world ਦੇ ਵਿੱਚ ਉਹ different class groups ਦੇ ਵਿੱਚ classified ਹੈ। This classification is based on the common character between them different organism ਦੇ common characteristics ਦੇ ਉੱਤੇ based ਹੈ। Organism that can cause disease are found in a wide range of such categories and classification। ਵੀ ਜਿਹੜੇ disease ਪੈਦਾ ਕਰਦੇ organism ਉਹਨਾਂ different categories ਹੋ ਸਕਦੀਆਂ ਜਿਵੇਂ ਕਿ some of them are viruses, bacteria, fungi, single cell animals or protozoas। Some diseases are also caused by multicell organisms such are worms of different kinds। For example, common example of disease caused by virus are common cold, influenza, dengue fever and AIDS। Disease like typhoid fever, cholera, tuberculosis and anthrax are caused by bacteria। ठीक है, many common skin infections are caused by different kinds of fungi, protozoas, microbes cause many familiar diseases such as malaria and kala jar। All of us have also come across intestinal worm infection as well as a disease like elephantiasis caused by different species of worms। ठीक है, ਸਾਨੂੰ ਕਹਿੰਦੇ ਕਦੇ ਨਾ ਕਦੇ ਇੰਟੈਸਟੀਨਲ ਇਨਫੈਕਸ਼ਨ ਵੀ ਹੋ ਜਾਂਦੀ ਹੈ, ਐਲਫੈਂਥੈਂਸਿਸ ਵੀ ਹੋ ਜਾਂਦਾ ਡਿਫਰੈਂਟ ਵਰਮਸ ਦੇ ਕਰਕੇ ਜਿਹੜਾ ਪੈਦਾ ਹੁੰਦਾ। Why is it important that we think of these categories of infectious agents? ਸਾਨੂੰ ਕਿਉਂ ਪਤਾ ਹੋਣਾ ਚਾਹੀਦਾ ਇਹਨਾਂ infectious agents ਬਾਰੇ, ਉਹਨਾਂ ਦੀ categories ਬਾਰੇ? The answer is that these categories are important factor in deciding what kind of treatment to use। ਇਹ decide ਕਰਦਾ ਕਿ ਕਿੱਦਾਂ ਦਾ treatment ਅਸੀਂ ਲੈਣਾ ਸਾਨੂੰ। ਠੀਕ ਹੈ, members of each one of these group, viruses, bacteria and so on have many biological characteristics in common। ਜਿਹੜੇ ਗਰੁੱਪਸ ਨੇ ਬੈਕਟੀਰੀਆ ਹੋ ਗਿਆ, ਵਾਇਰਸ, ਫੰਗੀ, ਪ੍ਰੋਟੋਜੋਆ, ਵਰਮਸ, ਠੀਕ ਹੈ, ਇਹਨਾਂ ਸਾਰੇ ਦੇ ਕੁਝ ਬਾਇਓਲੋਜੀਕਲ ਕਰੈਕਟਰਿਸਟਿਕਸ ਹੁੰਦੇ ਆ ਜਿਹੜੇ ਕਾਮਨ ਹੈ। all the viruses for example live inside a host cells where bacteria very rarely do। ਸਾਰੇ viruses host cell ਦੇ ਅੰਦਰ ਰਹਿੰਦੇ ਆ ਬਟ ਬੈਕਟੀਰੀਆ ਨਹੀਂ ਰਹਿੰਦੇ। viruses, bacteria and fungi multiply very quickly। ਵਾਇਰਸਿਸ, ਬੈਕਟੀਰੀਆ ਐਂਡ ਫੰਗੀ ਬਹੁਤ ਜਲਦੀ ਵੱਧਦੇ ਆ, ਬਹੁਤ ਤੇਜ਼ੀ ਨਾਲ ਮਲਟੀਪਲਾਈ ਹੁੰਦੇ ਆ, ਇਨਕਰੀਜ਼ ਹੁੰਦੇ ਆ। ਵਾਈਲ ਦਾ ਵਰਮਸ ਮਲਟੀਪਲਾਈ ਵੈਰੀ ਸਲੋਲੀ ਇਨ ਕੰਪੈਰੀਜ਼ਨ। ਜਿਹੜੇ ਵਰਮਸ ਨੇ ਉਹ ਬਹੁਤ ਸਲੋਲੀ ਮਲਟੀਪਲਾਈ ਹੁੰਦੇ ਆ, ਸਲੋਲੀ ਵੱਧਦੇ ਆ। ਟੈਕਸੋਨੋਮਿਕਲੀ ਆਲ ਬੈਕਟੀਰੀਆਜ਼ ਆਰ ਕਲੋਜ਼ਲੀ ਰਿਲੇਟਡ ਟੂ ਈਚ ਅਦਰ ਦੈਨ ਟੂ ਦਾ ਵਾਇਰਸ ਐਂਡ ਵਾਈਸ ਵਰਸਾ। ਸਾਰੇ ਬੈਕਟੀਰੀਆ ਇੱਕ ਦੂਸਰੇ ਨਾਲ ਕਲੋਜ਼ਲੀ ਰਿਲੇਟਡ ਹੁੰਦੇ ਆ ਬਟ ਵਾਇਰਸ ਨਹੀਂ ਹੁੰਦੇ। ਦਿਸ ਮੀਨਸ ਦੈਟ ਮੈਨੀ ਇੰਪੋਰਟੈਂਟ ਲਾਈਫ ਪ੍ਰੋਸੈਸਿਸ ਆਰ ਸਿਮਿਲਰ ਇਨ ਬੈਕਟੀਰੀਆ ਗਰੁੱਪ ਬਟ ਨਾਟ ਸ਼ੇਅਰਡ ਵਿਦ ਦਾ ਵਾਇਰਸ ਗਰੁੱਪ। ਤਾਂ ਇਹਦਾ ਮਤਲਬ ਜਿਹੜੀਆਂ ਕਾਫੀ ਸਾਰੀਆਂ ਮੇਨ ਇੰਪੋਰਟੈਂਟ ਲਾਈਫ ਪ੍ਰੋਸੈਸਿਸ ਹੁੰਦੀਆਂ ਨੇ ਉਹ ਬੈਕਟੀਰੀਆ ਗਰੁੱਪ ਦੇ ਵਿੱਚ ਸਿਮਿਲਰ ਹੁੰਦੀਆਂ ਨੇ ਬਟ ਨਾਟ ਸ਼ੇਅਰਡ ਵਿਦ ਦਾ ਵਾਇਰਸ ਗਰੁੱਪ। ਵਾਇਰਸ ਗਰੁੱਪ ਦੇ ਵਿੱਚ ਸਿਮਿਲਰ ਨਹੀਂ ਹੁੰਦੀਆਂ। ਐਜ਼ ਅ ਰਿਜ਼ਲਟ drugs that block one of these life processes in one member of the group is likely to be effective against many other members। ਤਾਂ ਜਿਹੜੀ ਡਰੱਗ ਅਸੀਂ ਕਹਿੰਦੇ ਹਾਂ ਇੱਕ ਦੀ ਲਾਈਫ ਪ੍ਰੋਸੈਸ ਵਨ ਮੈਂਬਰ ਆਫ ਗਰੁੱਪ ਨੂੰ ਲਾਈਫ ਪ੍ਰੋਸੈਸ ਨੂੰ ਬਲੋਕ ਕਰੇਗੀ, ਉਹ ਦੂਸਰੀ ਵਾਸਤੇ ਇਫੈਕਟਿਵ ਹੋ ਵੀ ਸਕਦੀ ਹੈ ਨਹੀਂ ਵੀ। ਬਟ ਦ ਸੇਮ ਡਰੱਗ ਵਿਲ ਨਾਟ ਬੀ ਵਰਕ ਅਗੇਂਸਟ ਦ ਮਾਈਕਰੋਬ ਬਿਲੋਂਗਿੰਗ ਟੂ ਅ ਡਿਫਰੈਂਟ ਗਰੁੱਪ। ਜਿਹੜੇ ਮਾਈਕਰੋਬਸ ਡਿਫਰੈਂਟ ਗਰੁੱਪ ਨੂੰ ਬਿਲੋਂਗ ਕਰਨਗੇ ਉਹਦੇ ਵਾਸਤੇ ਉਹ ਇਫੈਕਟਿਵ ਨਹੀਂ ਹੋਏਗੀ। ਠੀਕ ਹੈ, ਐਜ਼ ਐਨ ਐਗਜ਼ਾਮਪਲ ਲੈਟ ਅਸ ਟੇਕ ਐਂਟੀਬਾਇਓਟਿਕਸ। ਜਿਵੇਂ ਅਸੀਂ ਐਂਟੀਬਾਇਓਟਿਕਸ ਦੀ ਐਗਜ਼ਾਮਪਲ ਲੈ ਲੈਂਦੇ ਹਾਂ, ਦੇ ਕਾਮਨਲੀ ਬਲੋਕ ਦਾ ਬਾਇਓਕੈਮੀਕਲ ਪਾਥਵੇ ਇੰਪੋਰਟੈਂਟ ਫॉर ਬੈਕਟੀਰੀਆ। ਜਿਹੜਾ ਬਾਇਓਕੈਮੀਕਲ ਪਾਥ ਬੈਕਟੀਰੀਆ ਵਾਸਤੇ ਇੰਪੋਰਟੈਂਟ ਆ ਉਹਨੂੰ ਉਹ ਬਲੋਕ ਕਰਦੇ ਆ। ਮੈਨੀ ਬੈਕਟੀਰੀਆ ਫॉर ਐਗਜ਼ਾਮਪਲ ਮੇਕ ਅ ਸੈੱਲ ਵਾਲ ਟੂ ਪ੍ਰੋਟੈਕਟ ਦੈਮਸੈਲਫ। ਕਾਫੀ ਸਾਰੇ ਬੈਕਟੀਰੀਆ ਸੈੱਲ ਵਾਲ ਬਣਾ ਲੈਂਦੇ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ। ਦ ਐਂਟੀਬਾਇਓਟਿਕ ਪੈਨਸਿਲਿਨ ਬਲੋਕ ਦਾ ਬੈਕਟੀਰੀਅਲ ਪ੍ਰੋਸੈਸ ਦੈਟ ਪੁੱਲ ਦਾ ਸੈੱਲ ਵਾਲ। ਜਿਹੜੇ ਬੈਕਟੀਰੀਆ ਨੇ ਸੈੱਲ ਵਾਲ ਬਣਾਈ ਹੈ ਐਂਟੀਬਾਇਓਟਿਕ ਜਿਹੜੀ ਪੈਨਸਿਲਿਨ ਉਹਨੂੰ ਬਲੋਕ ਕਰ ਦਿੰਦੀ ਹੈ। ਐਜ਼ ਅ ਰਿਜ਼ਲਟ
दैट ग्रोइंग बैक्टीरिया बिकम अनेबल टू मेक सैल वॉल, ਜਿਹੜੇ ग्रोइंग बैक्टीरिया नवे बैक्टीरिया ने ਉਹ ਸੈੱਲ ਵਾਲ ਬਣਾਉਣ ਵਾਸਤੇ ਅਨੇਬਲ ਹੁੰਦੇ ਆ ਐਂਡ ਡਾਈ ਈਜ਼ਲੀ, ਤਾਂ ਈਜ਼ਲੀ ਖਤਮ ਹੋ ਜਾਂਦੇ ਆ। ਹਿਊਮਨ ਸੈਲਸ ਡੋਂਟ ਮੇਕ ਅ ਸੈੱਲ ਵੋਲ ਐਨੀਵੇ, ਤਾਂ ਹਿਊਮਨ ਸੈਲਸ ਸੈੱਲ ਵੋਲ ਨਹੀਂ ਬਣਾਉਂਦੇ। ਸੋ ਪੈਨਸਿਲਿਨ ਕਾਂਟ ਹੈਵ ਐਨੀ ਸੱਚ ਇਫੈਕਟ ਐਨ ਸਾਡੇ ਵਿੱਚ ਉਹ ਇਫੈਕਟ ਫਿਰ ਪੈਨਸਿਲਿਨ ਕੋਈ ਕ੍ਰੀਏਟ ਨਹੀਂ ਕਰਦੀ। ਪੈਨਸਿਲਿਨ ਵਿਲ ਹੈਵ ਦਿਸ ਇਫੈਕਟ ਔਨ ਐਨੀ ਬੈਕਟੀਰੀਆ ਦੈਟ ਯੂਜ਼ ਸੱਚ ਪ੍ਰੋਸੈਸ ਫॉर ਮੇਕਿੰਗ ਸੈੱਲ ਵੋਲ। ਪੈਨਸਿਲਿਨ ਉਹਦੇ ਉੱਦਾਂ ਦੇ ਬੈਕਟੀਰੀਆ ਉੱਤੇ ਹੀ ਇਹ ਆਪਣਾ ਇਫੈਕਟ ਦੇਗੀ ਜਿਹੜੇ ਕਿ ਸੇਮ ਪ੍ਰੋਸੈਸ ਨੂੰ ਯੂਜ਼ ਕਰਦੇ ਹੋਣ ਸੈੱਲ ਵੋਲ ਬਣਾਉਣ ਵਾਸਤੇ। ਸਿਮਿਲਰਲੀ ਮੈਨੀ ਐਂਟੀਬਾਇਓਟਿਕਸ ਵਰਕ ਅਗੇਂਸਟ ਮੈਨੀ ਸਪੀਸੀਜ਼ ਆਫ ਬੈਕਟੀਰੀਆ ਰੈਦਰ ਦੈਨ ਸਿੰਪਲੀ ਵਰਕਿੰਗ ਅਗੇਂਸਟ ਵਨ। ਤਾਂ ਸਾਰੇ ਮੈਨੀ ਐਂਟੀਬਾਇਓਟਿਕਸ ਨੇ ਉਹ ਕਾਫੀ ਸਾਰੀ ਬੈਕਟੀਰੀਆ ਸਪੀਸ਼ੀਜ਼ ਵਾਸਤੇ ਕੰਮ ਕਰ ਸਕਦੀਆਂ ਨੇ ਰੈਦਰ ਦੈਨ ਅ ਸਿੰਗਲ। ਬਟ ਵਾਇਰਸਿਸ ਡੋਂਟ ਯੂਜ਼ ਥੀਜ਼ ਪਾਥਵੇਜ਼ ਐਟ ਆਲ। ਸੌਰੀ, ਵਾਇਰਸਿਸ ਨੇ ਜਿਹੜੇ ਉਹ ਇਹ ਵਾਲਾ ਪਾਥਵੇ ਯੂਜ਼ ਨਹੀਂ ਕਰਦੇ ਐਂਡ ਦਿਸ ਇਜ਼ ਰੀਜ਼ਨ ਵਾਈ ਦ ਐਂਟੀਬਾਇਓਟਿਕਸ ਡੋਂਟ ਵਰਕ ਅਗੇਂਸਟ ਵਾਇਰਲ ਇਨਫੈਕਸ਼ਨ। ਸੋ ਐਂਟੀਬਾਇਓਟਿਕਸ ਨੇ ਜਿਹੜੀਆਂ ਉਹ ਵਾਇਰਲ ਇਨਫੈਕਸ਼ਨ ਵਾਸਤੇ ਹੈਲਪ ਨਹੀਂ ਕਰਦੀਆਂ, ਉਹਦੇ ਅਗੇਂਸਟ ਕੰਮ ਨਹੀਂ ਕਰਦੀਆਂ। ਇਫ ਵੀ ਹੈਵ ਅ ਕਾਮਨ ਕੋਲਡ ਟੇਕਿੰਗ ਐਂਟੀਬਾਇਓਟਿਕਸ ਡਜ਼ ਨੋਟ ਰਿਡਿਊਸ ਦ ਸੈਵਰਿਟੀ ਔਰ ਡਿਊਰੇਸ਼ਨ ਆਫ ਦ ਡਿਜ਼ੀਜ਼। ਠੀਕ ਹੈ, ਜੇ ਅਸੀਂ ਕਹਿ ਦਈਏ ਵੀ ਸਾਨੂੰ ਕਾਮਨ ਕੋਲਡ ਹੈ ਤਾਂ ਐਂਟੀਬਾਇਓਟਿਕਸ ਲੈਣ ਨਾਲ ਸਾਡੀ ਜਿਹੜੀ ਸਿਵਿਰਟੀ ਹੈ ਔਰ ਡਿਊਰੇਸ਼ਨ ਹੈ ਡਿਜ਼ੀਜ਼ ਦੀ ਉਹ ਨਹੀਂ ਘਟੇਗੀ। However, we also get a bacterial infection along with the viral cold. Taking antibiotics will help. ਪਰ ਜੇ ਅਸੀਂ ਕਹਿ ਦਈਏ ਵੀ ਵਾਇਰਲ ਕੋਲਡ ਦੇ ਨਾਲ ਨਾਲ ਸਾਨੂੰ ਬੈਕਟੀਰੀਅਲ ਇਨਫੈਕਸ਼ਨ ਵੀ ਆ ਤਾਂ ਐਂਟੀਬਾਇਓਟਿਕਸ ਲੈਣ ਨਾਲ ਸਾਨੂੰ ਹੈਲਪ ਮਿਲੇਗੀ। ਬਟ ਈਵਨ ਦੈਨ ਦ ਐਂਟੀਬਾਇਓਟਿਕਸ ਵਿਲ ਵਰਕ ਓਨਲੀ ਅਗੇਂਸਟ ਦਾ ਬੈਕਟੀਰੀਅਲ ਪਾਰਟ ਆਫ ਦ ਇਨਫੈਕਸ਼ਨ ਨੋਟ ਦਾ ਵਾਇਰਲ ਪਾਰਟ। ਫਿਰ ਵੀ ਜਿਹੜਾ ਐਂਟੀਬਾਇਓਟਿਕ ਆ ਉਹ ਸਿਰਫ ਬੈਕਟੀਰੀਅਲ ਪਾਰਟ ਵਾਸਤੇ ਹੀ ਕੰਮ ਕਰੇਗੀ, ਨੋਟ ਦਾ ਵਾਇਰਲ ਇਨਫੈਕਸ਼ਨ। ਕਲੀਅਰ। Next is activity. Find out how many of you in your class have common cold fever recently. How long did the illness last? ਵੀ ਤੁਸੀਂ find out ਕਰੋ ਕਿ ਕਿੰਨੇ ਜਾਣੇ ਤੁਹਾਡੀ ਕਲਾਸ ਦੇ ਵਿੱਚ ਰੀਸੈਂਟਲੀ ਜਿਨ੍ਹਾਂ ਨੂੰ ਕੋਲਡ ਕਫ ਐਂਡ ਫੀਵਰ ਹੋਇਆ ਐਂਡ ਇਹ ਜਿਹੜੀ ਇਲਨੈਸ ਸੀ ਕਿੰਨੇ ਸਮੇਂ ਤੱਕ ਚੱਲੀ। How many of you took antibiotics? And ask your parents if you had antibiotics. How long were those who took antibiotics ill? ਕਿੰਨੀ ਦੇਰ ਤੱਕ ਲਈ ਐਂਟੀਬਾਇਓਟਿਕਸ। ਠੀਕ ਹੈ, ਜਿਨ੍ਹਾਂ ਨੇ ਨਹੀਂ ਲਈ ਐਂਟੀਬਾਇਓਟਿਕਸ। ਇਫ ਦੇ ਆਰ ਡਿਫਰੈਂਸ ਬਿਟਵੀਨ ਟੂ ਗਰੁੱਪਸ, ਕੀ ਉੱਥੇ ਕੋਈ ਡਿਫਰੈਂਸ ਹੈ? ਇਫ ਯੈਸ ਵਾਈ, ਇਫ ਨੋਟ ਵਾਈ ਨੋਟ। ਠੀਕ ਹੈ, ਜੇ ਡਿਫਰੈਂਸ ਹੈ ਉਹ ਕਿਉਂ ਹੈ, ਜੇ ਡਿਫਰੈਂਸ ਨਹੀਂ ਹੈ ਤਾਂ ਕਿਉਂ ਨਹੀਂ ਹੈ। ਕਲੀਅਰ। ਅਪ ਟੂ ਦਿਸ ਇਫ ਯੂ ਵਿਲ ਹੈਵ ਐਨੀ ਪ੍ਰੋਬਲਮ ਯੂ ਕੈਨ ਆਸਕ।